ਸਾਡੇ ਨਾਲ ਕ੍ਰਿਸਚਨ ਮੁਸਲਿਮ ਸਾਰੇ ਇਕੱਠੇ ਜੁੜ ਕੇ ਅਸੀਂ ਸਾਰੇ ਇਕੱਠੇ ਪ੍ਰੋਟੈਸਟ ਕਰਦੇ ਹਾਂ, ਕਿਉਂਕਿ ਇਹ ਜਿਹੜੀ ਮੂਵਮੈਂਟ ਹੈ ਕਿਸਾਨਾਂ ਦੀ, ਇਹ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੀ ਹੈ। ਹਰ ਮੁਸਲਮਾਨ ਨੂੰ ਇਸ ਵਕਤ ਰਿਪਰੈਜ਼ੈਂਟ ਕਰਦੀ ਹੈ, ਹਰ ਦਲਿਤ ਨੂੰ ਇਸ ਵਕਤ ਰਿਪਰੈਜ਼ੈਂਟ ਕਰਦੀ ਹੈ, ਕਿਉਂਕਿ ਇਹ ਸਭ ਤੋਂ ਲੌਂਗੈਸਟ ਰਨਿੰਗ ਮੂਵਮੈਂਟ ਹੈ ਤੇ ਸਾਰੇ ਜੁੜਨਾ ਚਾਹੁੰਦੇ ਤਾਂ ਕੋਈ ਇਹਨੂੰ ਖ਼ਤਮ ਨਹੀਂ ਕਰਨਾ ਚਾਹੁੰਦਾ। ਤਰਫ ਦੇਖ ਰਹੇ ਹੋ ਸਾਜ਼ਿਸ਼ ਹੀ ਸਾਜ਼ਿਸ਼ ਰਚੀ ਜਾਂਦੀ। ਜਿਹੜੇ ਤੁਸੀਂ ਗਵਰਨਮੈਂਟ ਦੇ ਨਾਲ ਹੋ ਤਾਂ ਠੀਕ ਹੈ, ਜੇ ਤੁਸੀਂ ਜ਼ਰਾ ਵੀ ਕੁਝ ਬੋਲਦੇ ਹੋ ਗਵਰਨਮੈਂਟ ਦੇ ਅਗੇਂਸਟ, ਤੁਹਾਡੀ ਬਿਲਕੁਲ ਖਤਮ ਹੈ। ਤੁਹਾਨੂੰ ਇਨਕਮ ਟੈਕਸ ਦੀ ਰੇਟ ਪਾ ਦੇਣਗੇ, ਸਾਰੀ ਏਜੰਸੀਆਂ ਤੁਹਾਡੇ ਪਿੱਛੇ ਪਾ ਦੇਣਗੇ, ਨਹੀਂ ਹੋਇਆ ਤੇ ਗੰਦੇ ਗੰਦੇ ਕੇਸ ਪਾ ਦੇਣਗੇ ਜਾਂ ਤੁਹਾਨੂੰ ਮਾਰ ਦੇਣਗੇ। ਸੌਰੀ, ਬਸ ਇਹਨਾਂ ਦਾ ਇਹੀ ਹੈ। ਬਸ ਕਿੱਥੇ ਡੈਮੋਕ੍ਰੇਸੀ ਰਹੀ, ਕਿੱਥੇ ਡੈਮੋਕ੍ਰੇਸੀ ਰਹੀ। ਜਿਹੜਾ ਬੰਦਾ ਆਵਾਜ਼ ਉਠਾਉਂਦਾ, ਤੁਹਾਨੂੰ ਪਤਾ ਹੀ ਹੈ, ਜੇਲ੍ਹ ਹੋ ਜਾਂਦੀ ਹੈ ਜਾਂ ਮਾਰਿਆ ਜਾਂਦਾ ਹੈ। ਕਿੰਨੇ ਲੋਕ ਸੜ ਰਹੇ ਹੈ ਜੇਲ੍ਹਾਂ 'ਚ ਕਿਉਂਕਿ ਆਵਾਜ਼ ਉਠਾਈ ਹੈ, ਕਿੰਨੇ ਸਟੂਡੈਂਟ ਸੜ ਰਹੇ, ਕਿੰਨੇ ਐਕਟਿਵਿਸਟ ਹੈ ਜੇਲ੍ਹਾਂ 'ਚ। ਤੇ ਕੋਈ ਇਸ ਮੁਲਕ 'ਚ ਆਵਾਜ਼ ਨਹੀਂ ਉਠਾ ਸਕਦਾ। ਇਹ ਤਾਂ ਡਿਕਟੇਟਰਸ਼ਿਪ ਹੈ ਪੂਰੀ, ਇਹ ਤਾਂ ਫਾਸਿਸਟ ਕੰਟਰੀ ਹੋ ਗਈ ਹੈ, ਇਹ ਤਾਂ ਰੂਲ ਹੀ ਡਿਕਟੇਟਰ ਦਾ ਹੈ। ਤੇ ਅਸੀਂ 31 ਅਕਤੂਬਰ ਨੂੰ ਦੱਸਾਂਗੇ ਦੁਨੀਆ ਨੂੰ ਕਿ ਅਸੀਂ ਕਿੰਨਾ ਅਪੋਜ਼ ਕਰਦੇ ਹਾਂ। ਇਹ ਮੋਦੀ ਦੇਖਣਾ ਨਹੀਂ ਚਾਹੁੰਦਾ, ਔਰ ਉਹ ਵੀ ਬਾਹਰਲੇ ਮੁਲਕ ਜਿਹਨੂੰ ਲੱਗਦਾ ਕਿ ਬੇਇੱਜ਼ਤੀ ਹੋਏਗੀ, ਪਰ ਉਹੀ ਅਸੀਂ ਕਰਨਾ ਚਾਹੁੰਦੇ ਹਾਂ, ਸਾਰਿਆਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਕਿੰਨਾ ਦਬਾ ਕੇ ਰੱਖਦਾ। ਖਾਲੀ ਕਿਸਾਨਾਂ ਦਾ ਹੀ ਮੁੱਦਾ ਨਹੀਂ ਹੈ, ਬਾਕੀ ਮਾਈਨੋਰਿਟੀਜ਼ ਵੀ ਆਪਣੇ ਮੁੱਦੇ ਪੇਸ਼ ਕਰਨਗੇ ਪੈਨਲਾਂ ਦੇ ਰਾਹੀਂ। ਅਤੇ ਅਸੀਂ ਸਾਰੇ ਉੱਥੇ ਇਕੱਠੇ ਹੋ ਕੇ ਅਸੀਂ ਪ੍ਰੋਟੈਸਟ ਕਰਾਂਗੇ ਜਾਰਜ ਸਕੁਏਅਰ ਵਿੱਚ। ਦ ਮਿਰਰ ਪੰਜਾਬ TV ਦੇਖਦੇ ਸਾਰੇ ਦੋਸਤਾਂ ਦਾ ਸਵਾਗਤ ਹੈ। ਦੋਸਤੋ, ਮੈਂ ਕਰਮ ਸਿੱਖ ਹਾਂ। ਦੋਸਤੋ, ਜਦੋਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ, ਬਹੁਤ ਸਾਰੀਆਂ ਉਤਰਾਅ ਚੜ੍ਹਾਅ ਵੀ ਸਾਹਮਣੇ ਆਏ, ਪਰ ਨਾਲ ਦੀ ਨਾਲ ਬਹੁਤ ਚੰਗੀਆਂ ਚੀਜ਼ਾਂ ਵੀ ਸਾਹਮਣੇ ਆਈਆਂ ਕਿ ਬਹੁਤ ਸਾਰੇ ਉਹ ਲੋਕ ਜੇ ਕਿ ਇੰਨੇ ਸੁਚੇਤ ਨਹੀਂ ਸੀ ਇਸ ਸੰਘਰਸ਼ ਬਾਰੇ ਜਾਂ ਇਸ ਦੇਸ਼ ਬਾਰੇ, ਸਿਸਟਮ ਬਾਰੇ, ਉਹਨਾਂ ਨੇ ਇਸ ਸੰਘਰਸ਼ ਨੂੰ ਸਮਝਣਾ ਵੀ ਸ਼ੁਰੂ ਕੀਤਾ ਅਤੇ ਇਸ ਸੰਘਰਸ਼ ਦੇ ਵਿੱਚ ਐਕਟਿਵਲੀ ਪਾਰਟ ਇਹਦਾ ਬਣੇ ਆ। ਵਿਦੇਸ਼ੀ ਭਾਈਚਾਰਾ, ਜੇ ਆਪਾਂ ਗੱਲ ਕਰੀਏ, ਵਿਦੇਸ਼ਾਂ ਦੇ ਵਿੱਚ ਜਿੰਨੇ ਭਾਰਤੀ ਵਸੇ ਹੋਏ ਆ, ਪੰਜਾਬੀ ਵਸੇ ਹੋਏ ਆ, ਪਹਿਲੇ ਦਿਨ ਤੋਂ ਉਹਨਾਂ ਨੇ ਇਸ ਸੰਘਰਸ਼ ਦੇ ਵਿੱਚ ਵੱਡਾ ਯੋਗਦਾਨ ਪਾਇਆ। ਹਾਲਾਂਕਿ ਇਸ ਤੋਂ ਪਹਿਲਾਂ ਵੀ ਚਾਹੇ CA ਦੇ ਖਿਲਾਫ ਨਾਗਰਿਕਤਾ ਸੋਧ ਕਾਨੂੰਨ ਜਿਹੜਾ ਬਣਾਇਆ ਸੀ ਗੌਰਮੈਂਟ ਨੇ, ਚਾਹੇ ਉਹਦੀ ਗੱਲ ਹੋਵੇ, ਜਾਂ ਕਦੇ ਵੀ ਇੰਡੀਆ ਦੇ ਵਿੱਚ ਕੋਈ ਇੱਦਾਂ ਦਾ ਕਾਨੂੰਨ ਬਣਦਾ ਜਿਹੜਾ ਆਮ ਲੋਕਾਂ ਦੇ ਖਿਲਾਫ, ਲੋਕਾਂ ਦੀ ਡੈਮੋਕ੍ਰੇਸੀ ਦੇ ਖਿਲਾਫ ਹੁੰਦਾ, ਤਾਂ ਵਿਦੇਸ਼ੀ ਭਾਈਚਾਰਾ ਪਹਿਲ ਦੇ ਆਧਾਰ 'ਤੇ ਉਹਦਾ ਵਿਰੋਧ ਕਰਦਾ। ਇੱਕ ਭੂ ਹੇਰਵਾ ਹੁੰਦਾ ਕਿ ਵਿਦੇਸ਼ਾਂ 'ਚ ਬੈਠੇ ਲੋਕ ਜਿਹੜੇ ਇਸ ਦੇਸ਼ ਨੂੰ ਛੱਡ ਕੇ ਗਏ ਆ, ਉਹਨਾਂ ਦੀ ਕਿਤੇ ਨਾ ਕਿਤੇ ਇੱਛਾ ਹੁੰਦੀ ਹੈ ਕਿ ਜਿਹੜੇ ਸੋਹਣੇ ਦੇਸ਼ਾਂ ਦੇ ਵਿੱਚ ਅਸੀਂ ਰਹਿ ਰਹੇ ਹਾਂ, ਜਿੱਥੇ ਕਾਨੂੰਨ ਸਾਹਮਣੇ ਸਾਰੇ ਲੋਕ ਬਰਾਬਰ ਨੇ, ਕਿ ਸਾਡੇ ਦੇਸ਼ ਦੇ ਵਿੱਚ ਵੀ ਕਾਸ਼ ਉੱਦਾਂ ਦਾ ਸਿਸਟਮ ਹੋਵੇ। ਔਰ ਉਹ ਇੱਕ ਇੱਛਾ ਹੁੰਦੀ ਹੈ ਜਿਹੜੀ ਆਪਣੇ ਦੇਸ਼ ਨੂੰ ਵਧੀਆ ਬਣਾਉਣ ਦੀ, ਉਹ ਉਹਨਾਂ ਨੂੰ ਪੁਸ਼ ਕਰਦੀ ਹੈ ਕਿ ਉਹ ਵੀ ਇਸ ਸੰਘਰਸ਼ ਦਾ ਪਾਰਟ ਬਣਨ ਦਾ ਆਪਣੇ ਵੱਲੋਂ ਜੋ ਵੀ ਐਫਰਟਸ ਕਰ ਸਕਦੇ ਆ ਉਹ ਕਰਨ। ਸਾਡੇ ਨਾਲ ਨੇ ਡਾਕਟਰ ਜਸਮੀਤ ਬਿੰਦਰਾ ਜੀ, ਜਿਹੜੇ ਸਕਾਟਲੈਂਡ ਦੇ ਵਿੱਚ ਲਗਾਤਾਰ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਨੇ ਅਤੇ ਪਹਿਲੇ ਦਿਨ ਤੋਂ ਇਹਨਾਂ ਨੇ ਸੰਘਰਸ਼ ਦੇ ਵਿੱਚ CA ਦੇ ਖਿਲਾਫ ਵੀ ਪ੍ਰੋਟੈਸਟ ਕੀਤੇ, ਹੁਣ ਵੀ ਕਿਸਾਨੀ ਸੰਘਰਸ਼ ਦੇ ਵਿੱਚ ਵੀ ਪ੍ਰੋਟੈਸਟ ਵੀ ਉੱਥੇ ਕਰਦੇ ਆ, ਅਤੇ ਨਾਲ ਦੀ ਨਾਲ ਇਹਨਾਂ ਨੇ ਫੰਡਿੰਗ ਕੀਤੀ ਆ ਉੱਥੋਂ ਕਾਫੀ ਵੱਡੀ ਮਾਤਰਾ 'ਚ। ਇਹਨਾਂ ਨੇ ਫੰਡਿੰਗ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ਭੇਜੀ ਹੈ ਤਾਂ ਕਿ ਸੰਘਰਸ਼ ਆ ਜਿਹੜਾ ਆਪਣੀ ਜਿੱਤ ਵੱਲ ਵੱਧ ਸਕੇ। ਆਪਾਂ ਗੱਲ ਕਰਾਂਗੇ ਡਾਕਟਰ ਜਸਮੀਤ ਬਿੰਦਰਾ ਜੀ ਨਾਲ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਇਹ ਸੰਘਰਸ਼ ਚੱਲ ਰਿਹਾ, ਜੋ ਕਿਸਾਨੀ ਸੰਘਰਸ਼ ਚੱਲ ਰਿਹਾ, ਕਿੱਦਾਂ ਵਿਦੇਸ਼ੀ ਭਾਈਚਾਰਾ ਕਿੱਦਾਂ ਦੇਖਦਾ ਔਰ ਕੀ ਆਸ ਰੱਖਦਾ ਇਸ ਸੰਘਰਸ਼ ਦੇ ਵਿੱਚੋਂ? ਦੇਖੋ, ਇਹ ਸੰਘਰਸ਼ ਸਾਰਿਆਂ ਦਾ ਸੰਘਰਸ਼ ਹੋ ਗਿਆ। ਹੁਣ ਪਹਿਲਾਂ ਤਾਂ ਸ਼ੁਰੂ ਹੋਇਆ ਸੀ ਕਿ ਕਿਸਾਨਾਂ ਦਾ ਸੰਘਰਸ਼ ਸੀ, ਅਸੀਂ ਦੇਖ ਰਹੇ ਸੀ, ਸਾਡਾ ਸਾਰਿਆਂ ਦਾ ਖੂਨ ਉਬਲ ਗਿਆ ਸੀ ਦੇਖ ਕੇ ਕਿ ਸਾਡੇ ਕਿਸਾਨਾਂ ਨਾਲ ਕੀ ਹੋ ਰਿਹਾ ਬਾਰਡਰ 'ਤੇ। ਹੁਣ ਇਹ ਸਾਡਾ ਸੰਘਰਸ਼ ਬਣ ਗਿਆ, ਅਸੀਂ ਨਾਲ ਜੁੜੇ ਹਾਂ ਬਿਲਕੁਲ। ਅਸੀਂ ਤਾਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਅਸੀਂ ਬਿਲਕੁਲ ਨਾਲ, ਸਾਰੇ ਆਪਣੇ ਕਿਸਾਨਾਂ ਭਾਈ ਭਰਾਵਾਂ ਨਾਲ, ਸਾਰਿਆਂ ਨਾਲ ਅਸੀਂ ਹੈਗੇ। ਤਾਂ ਅਸੀਂ ਚਾਹੁੰਦੇ ਹਾਂ ਕਿ ਇਹ ਚੱਲਦਾ ਰਹੇ।
ਐਟਲੀਸਟ ਕਿ ਇਹ ਲਾਜ਼ ਜਿਹੜੀਆਂ ਵਾਪਸ ਲੈ ਲੈਣ, ਕਿਉਂਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਕੋਈ ਐਡਜਸਟਮੈਂਟ ਹੋਏ ਜਾਂ ਕੋਈ ਗਵਰਨਮੈਂਟ ਦੀ ਕੋਈ ਇਹ ਡਿਮਾਂਡ ਹੋਏ। ਇਹ ਤਿੰਨੋਂ ਕਾਲੇ ਕਾਨੂੰਨ ਜਾਣੇ ਚਾਹੀਦੇ ਆ ਪੂਰੀ ਤਰ੍ਹਾਂ। ਅਸੀਂ ਵੀ ਉਸ ਟਾਈਮ ਤੱਕ ਸੰਘਰਸ਼ ਜਾਰੀ ਰੱਖਾਂਗੇ। ਮੈਡਮ, ਅਸੀਂ ਦੇਖਦੇ ਰਹਿੰਦੇ ਵੀ ਤੁਸੀਂ ਵੀ ਜਿਹੜਾ ਵਿਦੇਸ਼ੀ ਭਾਈਚਾਰਾ ਉੱਥੇ ਪ੍ਰੋਟੈਸਟ ਕੁਛ ਨਾ ਕੁਛ ਕਰਦੇ ਰਹਿੰਦੇ ਆ, ਅਤੇ ਬੜੀ ਖੁਸ਼ੀ ਮਿਲਦੀ ਹੈ ਜਦੋਂ ਅਸੀਂ ਦੇਖਦੇ ਹਾਂ ਵੀ ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀ ਜਿਹੜੇ ਬੈਠੇ ਆ ਇਸ ਸੰਘਰਸ਼ ਦਾ ਹਿੱਸਾ ਬਣ ਰਹੇ ਆ। ਅਤੇ ਥੋੜ੍ਹਾ ਜਿਹਾ ਖੁੱਲ੍ਹ ਕੇ ਦੱਸੋਗੇ ਵਿਸਥਾਰ ਦੇ ਵਿੱਚ ਵੀ ਆਪਣੇ ਉੱਥੇ ਤੁਸੀਂ ਕਿਹੜੇ ਪ੍ਰੋਟੈਸਟ ਆਪਣੀ ਕਿਹੜੀ ਔਰਗਨਾਈਜੇਸ਼ਨਸ ਨੇ ਜਿਹੜੀਆਂ ਤੁਸੀਂ ਉੱਥੇ ਬਣਾਈਆਂ ਹੋਈਆਂ ਨੇ, ਅਤੇ ਇਸ ਸੰਘਰਸ਼ ਦੇ ਵਿੱਚ ਕਿੱਦਾਂ ਪਾਰਟੀਸਪੇਟ ਕਰਦੇ ਹੋ? ਹਾਂਜੀ, ਨਹੀਂ ਅਸੀਂ ਕੋਵਿਡ ਦਾ ਟਾਈਮ ਸੀ, ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਕਾਲੇ ਕਾਨੂੰਨ ਕੋਵਿਡ ਦੇ ਟਾਈਮ ਲੈ ਕੇ ਆਏ। ਕਿਸ ਤਰ੍ਹਾਂ ਲੈ ਕੇ ਆਏ? ਬਿਲਕੁਲ ਆਪਣੇ ਛੁਪੇ ਰਸਤੇ ਲੈ ਕੇ ਆਏ। ਬਿਲਕੁਲ ਇਹਨਾਂ ਨੂੰ ਕਿਸੇ ਨੂੰ ਦੱਸਿਆ ਵੀ ਨਹੀਂ, ਕਿਸੇ ਤੋਂ ਸਲਾਹ ਨਹੀਂ ਲਿੱਤੀ ਕਿਸੇ। ਤਾਂ ਉਹ ਟਾਈਮ ਇੰਨਾ ਮਾੜਾ ਸੀ ਕਿ ਅਸੀਂ ਜ਼ਿਆਦਾ ਕੁਝ ਕਰ ਨਹੀਂ ਸਕੇ, ਪਰ ਉਹਦੇ ਵਿੱਚ ਵੀ ਅਸੀਂ ਪੂਰਾ ਆਪਣਾ ਪ੍ਰੋਟੈਸਟ ਆਪਣੀ ਜਾਰੀ ਰੱਖੀ। ਅਸੀਂ ਕੀ ਕਰਦੇ ਹਾਂ ਕਿ ਅਸੀਂ ਸਾਰੇ ਗੁਰਦੁਆਰਿਆਂ ਦੇ ਜਿਹੜੇ ਹੈੱਡ ਹੈ ਉਹ ਸਾਡੇ ਨਾਲ ਬਹੁਤ ਸਪੋਰਟ ਕਰਦੇ ਆ ਸਾਨੂੰ, ਅਤੇ ਉਹ ਸਾਰੇ ਇਕੱਠੇ ਮਿਲ ਕੇ ਅਸੀਂ ਜਾਂਦੇ ਹਾਂ। ਮੋਸਟਲੀ ਅਸੀਂ ਜਾਰਜ ਸਕੁਏਅਰ ਜਾਂਦੇ ਹਾਂ, ਜਿਹੜਾ ਸੈਂਟਰ ਦਾ ਹੈ ਗਲਾਸਗੋ ਦਾ, ਜਾਂ ਗੁਰਦੁਆਰਿਆਂ ਦੇ ਸਾਹਮਣੇ ਜਾਂ ਇੰਡੀਅਨ ਹਾਈ ਕਮਿਸ਼ਨ ਦੇ ਸਾਹਮਣੇ ਜਾ ਕੇ ਅਸੀਂ ਪ੍ਰੋਟੈਸਟ ਕਰਦੇ ਹਾਂ। ਅਤੇ ਸਾਡੇ ਨਾਲ ਸਾਰੇ ਗੁਰਦੁਆਰੇ ਜਿਹੜੇ ਆ ਗਲਾਸਗੋ ਦੇ ਪੰਜਾਬੀ ਗੁਰਦੁਆਰੇ ਉਹ ਜੁੜੇ ਹੋਏ ਨੇ, ਪਲੱਸ ਜਿਹੜੀ ਸੋਸਾਇਟੀਜ਼ ਹੈ, ਸ਼੍ਰੀ ਅੰਬੇਦਕਰ ਸੁਸਾਇਟੀ, ਰਵਿਦਾਸ ਸੁਸਾਇਟੀ, ਇੰਡੀਅਨ ਵਰਕਰਜ਼ ਐਸੋਸੀਏਸ਼ਨ, ਸਾਡੀ ਆਪਣੀ ਸਾਹਿਤ ਸਭਾ ਸੁਸਾਇਟੀ, ਪਲੱਸ ਆਪਣੀ ਸਕੋਟਿਸ਼ ਇੰਡੀਅਨਸ ਫॉर ਜਸਟਿਸ। ਅਤੇ ਅਸੀਂ ਸਾਰੀ ਇਹ ਜਿਹੜੀ ਔਰਗਨਾਈਜੇਸ਼ਨ ਅਸੀਂ ਸਾਰੇ ਇੱਕ ਦੂਜੇ ਨੂੰ ਸਪੋਰਟ ਕਰਕੇ ਅਸੀਂ ਜਾਂਦੇ ਹਾਂ। ਸਾਡੇ ਨਾਲ ਕ੍ਰਿਸਚਨ, ਮੁਸਲਿਮ ਸਾਰੇ ਇਕੱਠੇ ਜੁੜ ਕੇ ਅਸੀਂ ਸਾਰੇ ਇਕੱਠੇ ਪ੍ਰੋਟੈਸਟ ਕਰਦੇ ਹਾਂ, ਕਿਉਂਕਿ ਇਹ ਜਿਹੜੀ ਮੂਵਮੈਂਟ ਹੈ ਕਿਸਾਨਾਂ ਦੀ, ਇਹ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੀ ਹੈ। ਹਰ ਮੁਸਲਮਾਨ ਨੂੰ ਇਸ ਵਕਤ ਰਿਪਰੈਜ਼ੈਂਟ ਕਰਦੀ ਹੈ, ਹਰ ਦਲਿਤ ਨੂੰ ਇਸ ਵਕਤ ਰਿਪਰੈਜ਼ੈਂਟ ਕਰਦੀ ਹੈ, ਕਿਉਂਕਿ ਇਹ ਸਭ ਤੋਂ ਲੌਂਗੈਸਟ ਰਨਿੰਗ ਮੂਵਮੈਂਟ ਹੈ। ਅਤੇ ਸਾਰੇ ਜੁੜਨਾ ਚਾਹੁੰਦੇ ਆ, ਤਾਂ ਕੋਈ ਇਹਨੂੰ ਖ਼ਤਮ ਨਹੀਂ ਕਰਨਾ ਚਾਹੁੰਦਾ, ਕਿ ਦੇਖਣਾ ਚਾਹੁੰਦਾ ਕਿ ਇਹ ਖ਼ਤਮ ਹੋ ਜਾਵੇ ਬਿਨਾਂ ਇਹਦਾ ਰਿਜ਼ਲਟ ਮਿਲੇ। ਵੱਡੀ ਗੱਲ ਦੱਸੀ ਤੁਸੀਂ ਵੀ ਸਾਰੇ ਵਰਗ ਨੇ, ਜਿਹੜੀਆਂ SC ਵਰਗ ਨਾਲ ਜੁੜੀਆਂ ਹੋਈਆਂ ਔਰਗਨਾਈਜੇਸ਼ਨਸ ਨੇ, ਉਹ ਵੀ ਇਸ ਸੰਘਰਸ਼ ਦੇ ਵਿੱਚ ਪਾਰਟੀਸਪੇਟ ਕਰਦੀਆਂ ਨੇ। ਮੁਸਲਿਮ ਵਰਗ ਵੀ ਆ, ਸਿੱਖ ਵੀ ਆ, ਹਿੰਦੂ ਸਾਰੇ ਇਕੱਠੇ ਹੋ ਕੇ ਕਰਦੇ ਆ। ਪਰ ਜਦੋਂ ਤੁਸੀਂ ਸਾਰੇ ਇਕੱਠੇ ਹੋ ਕੇ ਸੰਘਰਸ਼ ਦਾ ਹਿੱਸਾ ਬਣੇ ਹੋਏ ਹੋ, ਜੋ ਹਿੰਦੁਸਤਾਨ 'ਚ ਜਦੋਂ ਤੁਸੀਂ ਦੇਖਦੇ ਹੋ ਕਿ ਸਰਕਾਰ ਵੱਲੋਂ ਕਦੇ ਦਲਿਤ ਦੇ ਨਾਮ ਦੇ ਉੱਤੇ ਜਾਂ SC ਲੋਕਾਂ ਨੂੰ ਜਿਹੜਾ ਜਨਰਲ ਦੇ ਖਿਲਾਫ ਖੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਾਂ ਸਿੱਖ ਵਰਸਸ ਕਾਮਰੇਡ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਅਤੇ ਇਹ ਸਾਰੇ ਜੋ ਡਾਇਵਰਸਿਟੀ ਨੂੰ ਆਪਣੀ ਰਾਜਨੀਤੀ ਲਈ ਯੂਜ਼ ਕਰ ਰਹੇ ਆ ਸੈਂਟਰ ਗੌਰਮੈਂਟ, ਇਹਨੂੰ ਵਿਦੇਸ਼ੀ ਭਾਈਚਾਰਾ ਕਿੱਦਾਂ ਦੇਖਦਾ? ਐਕਚੁਅਲੀ ਪਤਾ ਕਿ ਉੱਥੇ ਬਹਿ ਕੇ ਸਾਰੀਆਂ ਚੀਜ਼ਾਂ ਇਤਨੀ ਕਲੀਅਰ ਦਿਖਦੀਆਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਇੱਕ ਪਾਰਟੀ, ਇਹ ਜਿਹੜੀ ਇਹਨਾਂ ਦੀ ਆਈਡੀਓਲੋਜੀ ਹੈ, ਕਿਸ ਤਰ੍ਹਾਂ ਇਹ ਬਟਵਾਰਾ ਕਰਵਾਉਂਦੀ, ਜਿਸ ਤਰ੍ਹਾਂ ਅੰਗਰੇਜ਼ ਕਰਵਾਉਂਦੇ ਸੀ ਨਾ, ਡਿਵਾਈਡ ਐਂਡ ਰੂਲ। ਬਿਲਕੁਲ ਸਾਨੂੰ ਉਹੀ ਲੱਗਦਾ ਕਿ ਜਿਸ ਤਰ੍ਹਾਂ BJP ਬਿਲਕੁਲ ਉਹੀ ਕਰ ਰਹੀ ਹੈ ਇੰਡੀਆ ਵਿੱਚ, ਜੋ ਅੰਗਰੇਜ਼ ਕਰਦੇ ਸੀ ਇੱਥੇ। ਅਤੇ ਕਦੀ ਇਹਨੂੰ ਉਸ ਤੋਂ ਲੜਾਤਾ, ਹੁਣ ਕ੍ਰਿਸ਼ਨਾ 'ਤੇ ਹੋ ਜ਼ਿਆਦਾ ਅਤਿਆਚਾਰ ਸ਼ੁਰੂ ਹੋ ਗਿਆ, ਕਦੀ ਦਲਿਤਾਂ 'ਤੇ ਹੋ ਰਿਹਾ, ਕਦੀ ਮੁਸਲਮਾਨਾਂ 'ਤੇ ਹੋ ਰਿਹਾ। ਤੁਸੀਂ ਪੜ੍ਹਿਆ ਹੋਣਾ, ਨਮਾਜ਼ ਪੜ੍ਹੀ ਹੈ ਕਿਸੇ ਨੇ ਸਟੇਸ਼ਨ 'ਤੇ ਉਹਦੇ 'ਤੇ, ਔਰ ਬਾਕੀ ਹਰ ਜਗ੍ਹਾ ਨਾਅਰੇ ਲਗਾ ਕੇ ਲੋਕਾਂ ਨੂੰ ਵਰਸ਼ਿਪ ਨਾ ਕਰਨ ਦੇ। ਇਹਨਾਂ ਦਾ ਹਮੇਸ਼ਾ ਤੋਂ ਹੀ ਇਹ ਏਜੰਡਾ ਹੈ ਕਿ ਇੱਕ ਦੂਜੇ ਨੂੰ ਲੜਾਓ। ਪਰ ਇਹ ਤੁਸੀਂ ਇਹ ਦੇਖੋ ਕਿ ਜਿਹੜਾ ਸਾਡਾ ਹਿੰਦੁਸਤਾਨ ਅਸੀਂ ਦੇਖਣਾ ਚਾਹੁੰਦੇ ਹਾਂ, ਉਹ ਬਿਲਕੁਲ ਡਿਫਰੈਂਟ ਹੈ ਜਿਹੜਾ BJP ਕਰ ਰਿਹਾ ਹੈ। ਅਸੀਂ ਇੰਟੀਗ੍ਰੇਟਿਡ ਇੰਡੀਆ ਦੇਖਣਾ ਚਾਹੁੰਦੇ, ਉਹ ਸਾਡੀ ਸਟਰੈਂਥ ਹੈ। ਪਰ ਇਹ ਵਾਲੀ ਗਵਰਨਮੈਂਟ ਨਹੀਂ ਚਾਹ ਰਹੀ, ਬਿਲਕੁਲ ਨਹੀਂ ਚਾਹ ਰਹੀ। ਅਸੀਂ ਦੇਖ ਰਹੇ ਹਾਂ, ਅਸੀਂ ਬਾਹਰੋਂ ਐਕਚੁਅਲੀ ਜ਼ਿਆਦਾ ਕਲੀਅਰ ਦਿਖਦਾ ਹੈ। ਜੇ ਇੱਥੇ ਰਹਿੰਦੇ, ਕਿਉਂਕਿ ਇੰਨਾ ਵੱਡਾ ਮੁਲਕ ਹੈ ਨਾ, ਸਾਰੇ ਬਿਜ਼ੀ ਰਹਿੰਦੇ ਆਪਣੀ ਲਾਈਫਸ ਵਿੱਚ, ਪਰ ਅਸੀਂ ਬਾਹਰ ਬੈਠ ਕੇ ਸੋਚਦੇ ਹਾਂ, ਅਸੀਂ ਗੱਲਾਂ ਕਰਦੇ ਹਾਂ ਆਪਸ ਵਿੱਚ, ਅਸੀਂ ਚਾਹੁੰਦੇ, ਅਸੀਂ ਦੇਖਦੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਡਿਸਕ੍ਰਿਮੀਨੇਸ਼ਨ ਬਾਹਰ ਨਹੀਂ ਦਿਖਦੀ। ਅਤੇ ਸਾਨੂੰ ਇੰਨਾ ਖਰਾਬ ਲੱਗਦਾ ਕਿ ਸਾਡੇ ਆਪਣੇ ਮੁਲਕ 'ਚ ਇੰਨੀ ਡਿਸਕ੍ਰਿਮੀਨੇਸ਼ਨ ਹੈ ਇਨ ਚੀਜ਼ਾਂ ਬਾਰੇ। ਦੇਖੋ ਤੁਸੀਂ ਸਾਨੂੰ ਦੇਖੋ, ਅਸੀਂ ਉੱਥੇ ਆਪਣੇ ਟੋਇਲਟ ਵੀ ਆਪਣੇ ਸਾਫ਼ ਕਰਦੇ ਹਾਂ, ਘਰ ਵੀ ਆਪਣਾ ਪੂਰਾ ਸਾਫ਼ ਕਰਦੇ ਹਾਂ, ਕੋਈ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ। ਇੰਡੀਆ ਆ ਕੇ ਕਿਉਂ ਹੋ ਜਾਂਦਾ? ਇੰਡੀਆ ਆ ਕੇ ਕਿਉਂ ਹੋ ਜਾਂਦਾ ਕਿ ਜਿਹੜਾ ਕਿਚਨ 'ਚ ਤੁਹਾਡਾ ਕੰਮ ਕਰਦਾ ਉਹ ਬਾਥਰੂਮ ਨਹੀਂ ਸਾਫ਼ ਕਰ ਸਕਦਾ? ਕਿਉਂ ਹੁੰਦਾ ਇੱਥੇ? ਤਾਂ ਬਹੁਤ ਸਾਨੂੰ ਦੁੱਖ ਲੱਗਦਾ ਉੱਥੋਂ ਦੇਖ ਕੇ ਵਾਪਸ। ਤਾਂ ਅਸੀਂ ਬਿਲਕੁਲ ਸਾਰੇ ਆਈ ਥਿੰਕ ਚਾਹੁੰਦੇ ਹਾਂ ਕਿ ਡਿਸਕ੍ਰਿਮੀਨੇਸ਼ਨ ਖਤਮ ਹੋਵੇ ਇੰਡੀਆ 'ਚ। ਮੈਡਮ, ਜਿਹੜੀਆਂ ਹੁਣ ਘਟਨਾਵਾਂ ਵਾਪਰ ਰਹੀਆਂ ਨੇ ਕਿਸਾਨ ਸੰਘਰਸ਼ ਦੇ ਵਿੱਚ, ਜੇ ਗੱਲ ਕਰੀਏ ਆਪਾਂ ਲਖੀਮਪੁਰ ਖੀਰੀ ਦੇ ਵਿੱਚ ਕਿਸ ਤਰ੍ਹਾਂ ਪ੍ਰੋਟੈਸਟ ਕਰ ਰਹੇ ਕਿਸਾਨਾਂ ਦੇ ਉੱਤੇ ਇੱਕ ਅਜੇ ਮਿਸ਼ਰਾ ਜਿਹੜੇ ਗ੍ਰਹਿ ਰਾਜ ਮੰਤਰੀ ਨੇ, ਉਹਦਾ ਬੇਟਾ ਆਸ਼ੀਸ਼ ਮਿਸ਼ਰਾ ਆਪਣੇ ਬੰਦਿਆਂ ਨਾਲ ਆਉਂਦਾ, ਗੱਡੀ ਚੜ੍ਹਾਉਣ ਦਾ, ਕਤਲ ਕਰਕੇ ਲੰਘ ਜਾਂਦਾ। ਉਸ ਤੋਂ ਬਾਅਦ ਵੀ ਜ਼ਿੰਮੇਵਾਰੀ ਕਬੂਲਦਿਆਂ ਇੱਕ ਨੈਤਿਕ ਆਧਾਰ 'ਤੇ ਅਜੇ ਮਿਸ਼ਰਾ ਅਸਤੀਫਾ ਨਹੀਂ ਦਿੰਦੇ, ਅਤੇ ਹੁਣ ਵੀ ਸਿੰਘੂ ਬਾਰਡਰ 'ਤੇ ਤੁਸੀਂ ਦੇਖਿਆ ਵੀ ਇੱਕ ਕਤਲ ਹੋਇਆ,
ਉਹ ਕਤਲ ਸਿੰਘੂ ਸਟੇਜ ਦੇ ਨੇੜੇ ਹੋਇਆ ਅਤੇ ਉਹਦੇ ਵਿੱਚ ਏਜੰਸੀਆਂ ਦਾ ਰੋਲ ਵੀ ਸਾਹਮਣੇ ਆ ਰਿਹਾ, ਜਿਵੇਂ ਜਿਹੜਾ ਪੁਲਿਸ ਕੈਟ ਪਿੰਕੀ ਉਹਦਾ ਰੋਲ ਸਾਹਮਣੇ ਆਇਆ, ਅਮਨ ਜਿਹੜੇ ਨਿਹੰਗ ਸਿੰਘ ਉੱਥੇ ਹੈਗੇ ਆ ਉਹਨਾਂ ਦਾ ਰੋਲ ਸਾਹਮਣੇ ਆਇਆ, ਨਰਿੰਦਰ ਤੋਮਰ ਦੇ ਨਾਲ ਫੋਟੋਆਂ ਨੇ, 1 ਲੱਖ ਰੁਪਇਆ ਵੀ ਉਹਨਾਂ ਨੇ ਲਿਆ, ਟਰੋਲੀ ਲਈ ਆ। ਅਤੇ ਉਹ ਸਾਰੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ, ਇਹ ਕੀ ਲੱਗਦਾ ਵਿਦੇਸ਼ੀ ਭਾਈਚਾਰੇ ਨੂੰ ਵੀ ਇਹ ਗੌਰਮੈਂਟ ਕਿਸ ਹੱਦ ਤੱਕ ਗਈ ਹੋਈ ਹੈ, ਜਾਂ ਇਹ ਸਾਰਾ ਜੋ ਇਸ ਸੰਘਰਸ਼ ਨੂੰ ਦਫਾੜ ਕਰਨ ਦੀਆਂ ਕੋਸ਼ਿਸ਼ਾਂ ਨੇ ਉਹਨੂੰ ਕਿੱਦਾਂ ਦੇਖਦੇ ਹੋ? ਬਿਲਕੁਲ, ਮੈਂ ਉਹੀ ਕਹਿ ਰਿਹਾ, ਸਾਨੂੰ ਤਾਂ ਬਿਲਕੁਲ ਲੱਗਦਾ ਕਿ ਇਹ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਨੇ। ਤਾਂ ਮੋਸਟਲੀ ਤਾਂ ਜਿਹੜੇ ਫਾਰਮਰ ਹੈ, ਸਾਡੇ ਕਿਸਾਨ ਹੈ, ਉਹ ਬਹੁਤ ਹੀ ਸਮਾਰਟ ਹੈ, ਬੜੇ ਅਸਟਿਊਟ ਹੈ, ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਕਿਹੜੀ ਸਾਜ਼ਿਸ਼ ਹੈ। ਉਹ ਹੋਣ ਤੋਂ ਪਹਿਲਾਂ ਉਹ ਦਬਾ ਦਿੰਦੇ ਆ। ਤੁਸੀਂ ਦੇਖਿਆ ਹੈ, ਕਿਸਾਨ ਕੋਈ ਪੋਲੀਟੀਕਲ ਪਾਰਟੀ ਨਾਲ ਲਿੰਕ ਨਹੀਂ ਹੈ, ਦੇ ਆਰ ਸਟੈਂਡਿੰਗ ਅਲੋਨ। ਕੋਈ ਆਂਦਾ ਵੀ ਹੈ ਪੋਲੀਟੀਕਲ ਪਾਰਟੀ ਵਾਲਾ, ਉਹਨੂੰ ਸਟੇਜ ਨਹੀਂ ਦਿੰਦੇ। ਇੰਨੇ ਉਹਨਾਂ ਨੂੰ ਸਮਝਦਾਰ ਹੈ ਕਿ ਉਹਨਾਂ ਨੂੰ ਪਤਾ ਕਿ ਕੌਣ ਸਾਡੇ ਨਾਲ ਹੈ, ਕੌਣ ਨਹੀਂ ਹੈ। ਫਿਰ ਵੀ ਇਹ ਲੋਕ ਆਪਣੀ ਸਾਜ਼ਿਸ਼ਾਂ ਕਰਨ ਤੋਂ ਹਟਦੇ ਨਹੀਂ ਹੈ। ਕੀ ਨਹੀਂ ਕੀਤਾ ਇਹਨਾਂ ਨੇ ਡਿਵਾਈਡ ਕਰਨ ਨੂੰ, ਕਿ ਇਹ ਖਤਮ ਕਰਨ ਨੂੰ। ਹੁਣ ਇਹ ਤੁਸੀਂ ਦੇਖ ਰਹੇ ਹੋ, ਖੱਟਰ ਜਿਹਾ ਬੰਦਾ ਕਹਿੰਦਾ ਕਿ ਤੁਸੀਂ ਮਾਰੋ, ਲੋਕਾਂ ਨੂੰ ਮਾਰੋ। ਤੁਸੀਂ CM ਹੋ ਇੱਕ ਸਟੇਟ ਦੇ, ਤੁਹਾਡੀ ਕੋਈ ਰਿਸਪੋਂਸੀਬਿਲਿਟੀ ਨਹੀਂ ਹੈ। ਤਾਂ ਫਿਰ ਉਹਦੇ ਬਾਅਦ ਦੇਖਦੇ ਹਾਂ ਕਿ ਇਹ ਮਿਸ਼ਰਾ ਦਾ ਪੁੱਤਰ ਜਾ ਕੇ ਸਾਰਿਆਂ ਨੂੰ ਮਾਰ ਦਿੰਦਾ। ਅਤੇ ਲਾਅ ਐਂਡ ਆਰਡਰ ਹੈ ਹੀ ਨਹੀਂ ਇਸ ਕੰਟਰੀ 'ਚ। ਉਹਨੂੰ ਫਿਰ ਜੁਡੀਸ਼ੀਅਲ ਕਸਟਡੀ ਮਿਲ ਜਾਂਦੀ ਹੈ। ਕਿਸੇ ਮਰਡਰ ਅਕਿਊਜ਼ ਨੂੰ ਜੁਡੀਸ਼ੀਅਲ ਕਸਟਡੀ ਮਿਲਦੀ ਵੀ ਹੈ, ਉਹ ਤਾਂ ਮਿਲਦਾ ਵੀ ਨਹੀਂ ਸੀ, ਅਰੈਸਟ ਵੀ ਨਹੀਂ ਹੋਇਆ ਇੰਨੇ ਦਿਨ। ਤਾਂ ਸਾਨੂੰ ਬਿਲਕੁਲ ਲਾਅ ਐਂਡ ਆਰਡਰ 'ਤੇ ਵਿਸ਼ਵਾਸ ਨਹੀਂ ਰਿਹਾ। ਅਸੀਂ ਤਾਂ ਬਿਲਕੁਲ ਦੇਖਦੇ ਹਾਂ, ਸਾਡਾ ਤਾਂ ਦਿਲ ਦਹਿਕ ਜਾਂਦਾ ਸੀ ਦੇਖ ਕੇ ਕਿ ਕੋਈ ਹੋ ਵੀ ਰਿਹਾ ਕਿ ਨਹੀਂ, ਕੋਈ ਦੇਖਦਾ ਵੀ ਹੈ, ਕੋਈ ਕਰ ਵੀ ਰਿਹਾ। ਉਹਨੇ ਅਸਤੀਫਾ ਤਾਂ ਉਹ ਤਾਂ ਦੂਰ ਦੀ ਗੱਲ ਹੈ। ਜਿਹੜੇ ਬੰਦੇ ਦਾ ਬੱਚਾ ਅਕਿਊਜ਼ਡ ਹੈ, ਔਰ ਇੰਨਾ ਖਰਾਬ ਮਰਡਰ ਅਕਿਊਜ਼ਡ ਹੈ, ਜਿੰਨਾ ਪੂਰੇ ਵੀਡੀਓ ਹੈ, ਪੂਰੇ ਸਬੂਤ ਹੈ ਉਹਦੇ ਖਿਲਾਫ, ਇਹ ਸਾਡਾ ਗ੍ਰਹਿ ਮੰਤਰੀ ਉਹਨੂੰ ਹਟਾ ਕਿਉਂ ਨਹੀਂ ਰਿਹਾ? ਕਿੰਨੀ ਸ਼ਰਮ ਦੀ ਗੱਲ ਹੈ। ਵੈਸੇ ਦੇਖਿਆ ਜਾਏ ਤਾਂ ਹਰ ਤਰਫ ਦੇਖ ਰਹੇ ਹੋ ਸਾਜ਼ਿਸ਼ ਹੀ ਸਾਜ਼ਿਸ਼ ਰਚੀ ਜਾਂਦੀ। ਜਿਹੜੇ ਤੁਸੀਂ ਗਵਰਨਮੈਂਟ ਦੇ ਨਾਲ ਹੋ ਤਾਂ ਠੀਕ ਹੈ, ਜੇ ਤੁਸੀਂ ਜ਼ਰਾ ਵੀ ਕੁਝ ਬੋਲਦੇ ਹੋ ਗਵਰਨਮੈਂਟ ਦੇ ਅਗੇਂਸਟ, ਤੁਹਾਡੀ ਬਿਲਕੁਲ ਖਤਮ ਹੈ। ਤੁਹਾਨੂੰ ਇਨਕਮ ਟੈਕਸ ਦੀ ਰੇਟ ਪਾ ਦੇਣਗੇ, ਸਾਰੀ ਏਜੰਸੀਆਂ ਤੁਹਾਡੇ ਪਿੱਛੇ ਪਾ ਦੇਣਗੇ, ਨਹੀਂ ਹੋਇਆ ਤੇ ਗੰਦੇ ਗੰਦੇ ਕੇਸ ਪਾ ਦੇਣਗੇ, ਜਾਂ ਤੁਹਾਨੂੰ ਮਾਰ ਦੇਣਗੇ। ਸੌਰੀ, ਬਸ ਇਹਨਾਂ ਦਾ ਇਹੀ ਹੈ। ਬਸ ਹੋਰ ਤਾਂ ਇਹਨਾਂ ਨੂੰ ਕੁਝ ਆਉਂਦਾ ਹੀ ਨਹੀਂ। ਸੀਰੀਅਸਲੀ ਕੁਝ ਲਾਅ ਐਂਡ ਆਰਡਰ ਨਾਲ ਤਾਂ ਕੁਝ ਹੁੰਦਾ ਨਹੀਂ ਇਸ ਕੰਟਰੀ 'ਚ। ਇਨਫੈਕਟ ਸਾਰਾ ਅਸੀਂ ਦੇਖ ਰਹੇ ਹਾਂ ਕਿ ਇਹ ਤਾਂ ਸਾਡਾ ਵਿਸ਼ਵਾਸ ਹੀ ਹਟਿਆ ਜਾ ਰਿਹਾ ਲਾਅ ਐਂਡ ਆਰਡਰ ਤੋਂ। ਡੈਮੋਕ੍ਰੇਸੀ ਨੂੰ ਕਿੱਦਾਂ ਦੇਖਦੇ ਹੋ? ਜੋ ਇੰਡੀਆ ਦੀ ਡੈਮੋਕ੍ਰੇਸੀ ਹੈ, ਇਹ ਸੰਸਾਰ ਦੇ ਵਿੱਚ ਜਦੋਂ ਵਿਦੇਸ਼ਾਂ ਦੇ ਵਿੱਚ ਦੌਰੇ ਕਰਨ ਜਾਂਦੇ ਆ ਨਰਿੰਦਰ ਮੋਦੀ ਜੀ, ਹੁਣ ਵੀ 31 ਅਕਤੂਬਰ ਨੂੰ ਤੁਹਾਡੇ ਆ ਰਹੇ ਆ ਸਕਾਟਲੈਂਡ ਦੇ ਵਿੱਚ, ਅਤੇ ਡੈਮੋਕ੍ਰੇਸੀ ਦਾ ਬੜਾ ਕਿਹਾ ਜਾਂਦਾ ਵੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਇੰਡੀਆ। ਹੁਣ ਜਦੋਂ ਇਹ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਡੈਮੋਕ੍ਰੇਸੀ 'ਤੇ ਵੀ ਸਵਾਲ ਉੱਠਣੇ ਸ਼ੁਰੂ ਹੋਏ ਆ। ਵਿਦੇਸ਼ੀ ਭਾਈਚਾਰਾ ਕਿੱਦਾਂ ਦੇਖਦਾ, ਕਿੱਦਾਂ ਜਸਟੀਫਾਈ ਕਰ ਪਾਉਂਦਾ ਵਿਦੇਸ਼ੀ ਲੋਕਾਂ ਨੂੰ ਵੀ ਸਾਡਾ ਦੇਸ਼ ਡੈਮੋਕ੍ਰੇਟਿਕ ਹੈ? ਕਿੱਥੇ ਡੈਮੋਕ੍ਰੇਸੀ ਰਹੀ, ਕਿੱਥੇ ਡੈਮੋਕ੍ਰੇਸੀ ਰਹੀ? ਜਿਹੜਾ ਬੰਦਾ ਆਵਾਜ਼ ਉਠਾਉਂਦਾ, ਤੁਹਾਨੂੰ ਪਤਾ ਹੀ ਹੈ, ਜੇਲ੍ਹ ਹੋ ਜਾਂਦੀ ਹੈ ਜਾਂ ਮਾਰਿਆ ਜਾਂਦਾ ਹੈ। ਕਿੰਨੇ ਲੋਕ ਸੜ ਰਹੇ ਹੈ ਜੇਲ੍ਹਾਂ 'ਚ ਕਿਉਂਕਿ ਆਵਾਜ਼ ਉਠਾਈ ਹੈ। ਕਿੰਨੇ ਸਟੂਡੈਂਟ ਸੜ ਰਹੇ ਹੈ, ਕਿੰਨੇ ਐਕਟਿਵਿਸਟ ਹੈ ਜੇਲ੍ਹਾਂ 'ਚ। ਅਤੇ ਕੋਈ ਇਸ ਮੁਲਕ 'ਚ ਆਵਾਜ਼ ਨਹੀਂ ਉਠਾ ਸਕਦਾ। ਇਹ ਤਾਂ ਡਿਕਟੇਟਰਸ਼ਿਪ ਹੈ ਪੂਰੀ। ਇਹ ਤਾਂ ਫਾਸਿਸਟ ਕੰਟਰੀ ਹੋ ਗਈ ਹੈ। ਇਹ ਤਾਂ ਰੂਲ ਹੀ ਡਿਕਟੇਟਰ ਦਾ ਹੈ। ਜਿਹੜਾ ਜਿਸ ਰਾਜੇ ਮਹਾਰਾਜੇ ਨਹੀਂ ਰੂਲ ਕਰਦੇ ਸੀ, ਉਸ ਤਰ੍ਹਾਂ ਇਹ ਰੂਲ ਕਰਦੇ ਹੈ। ਇਹ ਤਾਂ ਰਾਜਾ ਅਤੇ ਪ੍ਰਿੰਸ ਜਾਂਦਾ ਦੇਖਣ ਨੂੰ ਕੀ ਹੋ ਰਿਹਾ, ਆਪਣਾ ਚਲਾਉਂਦਾ। ਇੱਥੇ ਡਿਕਟੇਟਰਸ਼ਿਪ ਤਾਂ ਬਿਲਕੁਲ ਡੈਮੋਕ੍ਰੇਸੀ ਤਾਂ ਹੈ ਹੀ ਨਹੀਂ, ਰਹੀ ਨਹੀਂ, ਬਿਲਕੁਲ ਵੀ ਨਹੀਂ ਰਹੀ। ਅਤੇ ਇੰਡੀਆ ਦੇ ਤਾਂ ਸੈਕੂਲਰਿਜ਼ਮ ਵੀ ਖਤਮ ਕਰਨਾ ਚਾਹੁੰਦੇ ਆ, ਤਾਂ ਸਾਰਾ ਕੁਝ ਇੰਡੀਆ ਦਾ ਖਤਮ ਕਰਨਾ ਚਾਹੁੰਦੇ ਆ, ਤਾਂ ਹਿੰਦੂਤਵ ਸਟੇਟ ਲਾਉਣਾ ਚਾਹੁੰਦੇ ਹੈ। ਜੋ ਕਿ ਐਕਚੁਅਲੀ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਨਾਲ ਹਿੰਦੂ ਵੀ ਸਾਰੇ ਜੁੜੇ ਹੋਏ ਹੈ, ਉਹ ਵੀ ਅਗੇਂਸਟ ਹੈ ਇਸ ਗਵਰਨਮੈਂਟ ਦੇ। ਅਤੇ ਸਾਡੇ ਬਹੁਤ ਸਾਰੇ ਜਿਹੜੇ ਸਾਥੀ ਹੈ, ਦੇ ਆਰ ਨਾਟ ਸਿੱਖ ਓਨਲੀ, ਸਾਰੇ ਸਿੱਖ, ਹਿੰਦੂ, ਤੁਹਾਨੂੰ ਦੱਸਿਆ, ਮੁਸਲਿਮ, ਈਸਾਈ, ਐਵਰੀਬਡੀ ਇਜ਼ ਟੂਗੇਦਰ, ਦਲਿਤ, ਸਾਰੇ ਅਸੀਂ ਇਕੱਠੇ ਹੁੰਦੇ ਹਾਂ। ਪਰ ਹਿੰਦੂ ਵੀ ਸਾਰੇ ਅਗੇਂਸਟ ਹੈ, ਬਿਕੋਜ਼ ਉਹ ਨਹੀਂ ਦੇਖਣਾ ਚਾਹੁੰਦੇ ਕਿ ਅਸੀਂ ਇੰਨੇ ਇੰਟੋਲਰੈਂਟ ਹੈ। ਉਹ ਇਹਨਾਂ ਨਾਲ ਜੁੜਨਾ ਹੀ ਨਹੀਂ ਚਾਹੁੰਦੇ। ਅੱਛਾ ਮੈਡਮ, ਇੱਕ ਨਰਿੰਦਰ ਮੋਦੀ ਜੀ ਆ ਰਹੇ ਆ ਸਕਾਟਲੈਂਡ ਦੇ ਵਿੱਚ। ਸਾਨੂੰ ਪਤਾ ਲੱਗਿਆ ਸੀ ਵੀ ਸਕਾਟਲੈਂਡ ਦੇ ਵਿੱਚ ਵੀ ਜਿਹੜਾ ਪੰਜਾਬੀ ਭਾਈਚਾਰਾ ਦਾ ਸਾਰੇ ਜਿਹੜੇ ਉੱਥੇ ਵਰਗ ਨੇ, ਜਿਹੜੇ ਸੰਘਰਸ਼ ਦੇ ਰਾਹ 'ਤੇ ਨੇ, ਉਹ ਪ੍ਰੋਟੈਸਟ ਕਰਨਗੇ ਨਰਿੰਦਰ ਮੋਦੀ ਦੇ ਇਸ ਯਾਤਰਾ ਦੇ ਖਿਲਾਫ। ਅਤੇ ਕੀ ਪ੍ਰੋਗਰਾਮ ਆ, ਥੋੜ੍ਹਾ ਜਿਹਾ ਵਿਸਥਾਰ 'ਚ ਦੱਸੋਗੇ ਵੀ ਜਦੋਂ ਨਰਿੰਦਰ ਮੋਦੀ ਦਾ ਜਿਹੜਾ ਸਵਾਗਤ ਤੁਸੀਂ ਕਿੱਦਾਂ ਕਰੋਗੇ? ਹਾਂਜੀ, ਅਸੀਂ ਪੂਰਾ ਕਾਲੇ ਝੰਡਿਆਂ ਨਾਲ ਕਰਾਂਗੇ ਸਵਾਗਤ। ਬੈਨਰ ਹੈ ਸਾਡੇ ਕੋਲ। ਐਕਚੁਅਲੀ ਹਜ਼ਾਰਾਂ ਲੋਕ ਆ ਰਹੇ ਹੈ, ਇੰਗਲੈਂਡ ਤੋਂ ਵੀ ਆ ਰਹੇ ਹੈ, ਸਕਾਟਲੈਂਡ ਆ ਰਹੇ ਹੈ। ਉਹ ਗੱਡੀਆਂ ਬੁੱਕ ਹੈ, ਸਾਰੇ ਆਪਣੀ ਆਪਣੀ ਗੱਡੀਆਂ 'ਚ ਆ ਰਹੇ ਹੈ। ਕਾਫੀ ਬਹੁਤ ਲੋਕ ਹੋਣਗੇ ਉੱਥੇ ਹੋਪਫੁਲੀ। ਅਤੇ ਅਸੀਂ 31 ਅਕਤੂਬਰ ਨੂੰ ਦੱਸਾਂਗੇ ਦੁਨੀਆ ਨੂੰ ਕਿ ਅਸੀਂ ਕਿੰਨਾ ਅਪੋਜ਼ ਕਰਦੇ ਹਾਂ। ਇਹ ਮੋਦੀ ਦੇਖਣਾ ਨਹੀਂ ਚਾਹੁੰਦਾ
ਔਰ ਉਹ ਵੀ ਬਾਹਰਲੇ ਮੁਲਕ ਜਿਹਨੂੰ ਲੱਗਦਾ ਕਿ ਦੀ ਬੇਇੱਜ਼ਤੀ ਹੋਏਗੀ, ਪਰ ਉਹੀ ਅਸੀਂ ਕਰਨਾ ਚਾਹੁੰਦੇ ਹਾਂ, ਸਾਰਿਆਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਕਿੰਨਾ ਦਬਾ ਕੇ ਰੱਖਦਾ। ਖਾਲੀ ਕਿਸਾਨਾਂ ਦਾ ਹੀ ਮੁੱਦਾ ਨਹੀਂ ਹੈ, ਬਾਕੀ ਮਾਈਨੋਰਿਟੀਜ਼ ਵੀ ਆਪਣੇ ਮੁੱਦੇ ਪੇਸ਼ ਕਰਨਗੇ ਬੈਨਰਾਂ ਦੇ ਰਾਹੀਂ, ਅਤੇ ਅਸੀਂ ਸਾਰੇ ਉੱਥੇ ਇਕੱਠੇ ਹੋ ਕੇ ਅਸੀਂ ਪ੍ਰੋਟੈਸਟ ਕਰਾਂਗੇ ਜਾਰਜ ਸਕੁਏਅਰ ਵਿੱਚ। ਅਤੇ ਮੈਂ ਤੁਹਾਨੂੰ ਦੱਸਿਆ ਸਾਰੀਆਂ ਆਰਗੇਨਾਈਜੇਸ਼ਨਸ ਹੈ ਜਿਹੜੀਆਂ ਸਾਡੀ ਸਾਹਿਤ ਸਭਾ, ਸਕਾਟਿਸ਼ ਇੰਡੀਅਨਸ ਫॉर ਜਸਟਿਸ, ਅੰਬੇਦਕਰ ਸੁਸਾਇਟੀ, ਰਾਮਦਾਸ ਸੁਸਾਇਟੀ ਅਤੇ ਇੰਡੀਅਨ ਵਰਕਰਸ ਐਸੋਸੀਏਸ਼ਨ, ਅਤੇ ਸਾਰੇ ਨਾਲ ਮਿਲ ਕੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਅਤੇ ਬਾਕੀ ਵੀ ਕਾਫੀ ਹੈ, ਕਾਫੀ ਆਰਗੇਨਾਈਜੇਸ਼ਨ ਹੈ, ਰਾਈਟ ਥਿੰਕਿੰਗ, ਇੱਕ ਐਂਟੀ ਇਸਲਾਮੋਫੋਬੀਆ ਵੀ ਹੈਗੀ ਇੰਡੀਅਨਸ ਦੀ ਐਸੋਸੀਏਸ਼ਨ, ਉਹ ਸਾਰੇ ਆਉਣਗੇ ਉੱਥੇ, ਇੱਕ ਬੰਦਾ ਆਏਗਾ ਜਿਹੜਾ ਗਲਾਸਗੋ 'ਚ ਹੈ। ਤਾਂ ਕਾਫੀ ਦੇਰ ਦੀ ਤਿਆਰੀਆਂ ਚੱਲ ਰਹੀਆਂ। 31 ਅਕਤੂਬਰ ਦੇ ਪ੍ਰੋਗਰਾਮ ਲਈ ਕੋਈ ਸੰਦੇਸ਼ ਦੇਣਾ ਚਾਹੋਗੇ ਆਪਣੇ ਭਾਈਚਾਰੇ ਨੂੰ? ਹਾਂਜੀ, ਅਸੀਂ ਸਾਡੇ ਨਾਲ ਜੁੜੋ, ਜਿੰਨਾ ਤੁਸੀਂ ਜੁੜ ਸਕਦੇ ਹੋ ਪਲੀਜ਼ ਸਾਡੇ ਨਾਲ ਜੁੜੋ। ਤਾਂ ਅਸੀਂ ਦਿਖਾਉਣਾ ਚਾਹੁੰਦੇ ਹਾਂ, ਸਾਨੂੰ ਬਹੁਤ ਅੱਛਾ ਮੌਕਾ ਮਿਲਿਆ ਕਿ ਨਰਿੰਦਰ ਮੋਦੀ ਗਲਾਸਗੋ ਆ ਰਿਹਾ, ਤਾਂ ਸਾਨੂੰ ਬਿਲਕੁਲ ਵੀ ਜਿੰਨਾ ਕਰ ਸਕਦੇ ਹਾਂ, ਸਾਰੇ ਕੰਮ ਛੱਡ ਕੇ ਸਾਨੂੰ ਉੱਥੇ ਜਾਣਾ ਹੈ ਪ੍ਰੋਟੈਸਟ ਕਰਨ ਲਈ। ਧੰਨਵਾਦ ਜੀ ਡਾਕਟਰ ਸਾਹਿਬ। ਇਹ ਸਨ ਡਾਕਟਰ ਜਸਮੀਤ ਬਿੰਦਰਾ ਜੀ, ਜਿਨ੍ਹਾਂ ਨੇ ਦੱਸਿਆ ਆਪਣੀਆਂ ਜਿਹੜੇ ਤਜਰਬੇ ਵੀ ਸਾਂਝੇ ਕੀਤੇ ਕਿ ਕਿਸ ਤਰੀਕੇ ਨਾਲ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹ ਭਾਰਤੀ ਡੈਮੋਕ੍ਰੇਸੀ ਨੂੰ ਕਿੱਦਾਂ ਦੇਖਦੇ ਆ। ਜਦੋਂ ਘਟਨਾਵਾਂ ਵਾਪਰਦੀਆਂ ਨੇ, ਕਿਤੇ ਲੋਕਾਂ ਨੂੰ ਸੜਕਾਂ 'ਤੇ ਕੁਚਲ ਦਿੱਤਾ ਜਾਂਦਾ, ਕਿਤੇ ਏਜੰਸੀਆਂ ਦੀ ਇੰਟਰਵੈਂਸ਼ਨ ਦੇ ਨਾਲ ਸੰਘਰਸ਼ਾਂ ਨੂੰ ਖਿਲਾਉਣ ਦੀ ਦਫਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਅਤੇ ਬੰਦੇ ਮਰ ਜਾਂਦੇ ਆ। ਅਦਾਲਤਾਂ ਅਤੇ ਸਾਰੀ ਜਿਹੜੀ ਅਦਾਲਤਾਂ ਨੇ ਜਾਂ ਹੋਰ ਜਿੰਨੀਆਂ ਵੀ ਸੰਸਥਾਵਾਂ ਨੇ ਇਸ ਡੈਮੋਕ੍ਰੇਸੀ ਦੀਆਂ, ਉਹ ਸਾਰੀਆਂ ਸੰਸਥਾਵਾਂ ਕਿਤੇ ਨਾ ਕਿਤੇ ਕਿਸੇ ਇੱਕ ਪਾਰਟੀ ਦੇ ਜਾਂ ਇੱਕ ਵਿਚਾਰਧਾਰਾ ਦੇ ਹੱਥ 'ਚ ਖੇਡਦੀ ਨਜ਼ਰ ਆਉਂਦੀ ਆ। ਸੋ ਵੱਡੀਆਂ ਗੱਲਾਂ ਨੇ ਕਿ ਜਿਹੜੇ ਵਿਦੇਸ਼ੀ ਸੋਹਣੇ ਮੁਲਕਾਂ 'ਚ ਚੰਗੇ ਸਿਸਟਮ 'ਚ ਰਹਿੰਦੇ ਆ, ਉਹਨਾਂ ਦੇ ਦਿਲ 'ਚ ਜੋ ਇੱਛਾ ਆ ਵੀ ਸਾਡਾ ਦੇਸ਼ ਵੀ ਇੱਕ ਇੱਦਾਂ ਦਾ ਬਰਾਬਰਤਾ 'ਤੇ ਆਧਾਰਿਤ ਸਿਸਟਮ ਵਾਲਾ ਦੇਸ਼ ਬਣ ਜਾਵੇ, ਉਹ ਕਦੋਂ ਬਣ ਪਾਏਗਾ? ਇਹ ਵੱਡੇ ਸਵਾਲ ਨੇ। ਜਦ ਅੱਜ ਕਿਸਾਨੀ ਸੰਘਰਸ਼ ਚੱਲ ਰਿਹਾ, ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਗੌਰਮੈਂਟ, ਹਾਲਾਂਕਿ ਕਿਸਾਨ ਜਿਹੜਾ ਕਾਫੀ ਦੇਰ ਤੋਂ ਇਹ ਤਕਰੀਬਨ 10.5 ਮਹੀਨੇ ਹੋ ਗਏ ਆ ਬੈਠੇ ਆ ਸੜਕਾਂ 'ਤੇ ਵੀ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ। ਡੈਮੋਕ੍ਰੇਸੀ ਤਾਂ ਇਹੀ ਕਹਿੰਦੀ ਹੈ ਵੀ ਜੇ ਲੋਕ ਨਹੀਂ ਚਾਹੁੰਦੇ ਤਾਂ ਉਹ ਚੀਜ਼ ਲੋਕਾਂ ਨੂੰ ਨਹੀਂ ਦੇਣੀ ਚਾਹੀਦੀ। ਫੋਰ ਦਾ ਪੀਪਲ, ਬਾਏ ਦਾ ਪੀਪਲ, ਫੋਰ ਦਾ ਪੀਪਲ, ਇਹ ਇੱਕ ਸਲੋਗਨ ਹੈ ਡੈਮੋਕ੍ਰੇਸੀ ਦਾ। ਬਟ ਇੱਥੇ ਬਿਲਕੁਲ ਉਲਟ ਹੋ ਰਿਹਾ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਗਲਾਸਗੋ ਦੇ ਵਿੱਚ ਪ੍ਰੋਟੈਸਟ ਕਰਨ ਜਾ ਰਹੇ ਆ, ਅਤੇ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਜਾਏਗਾ। ਉਹ ਵੀ ਅਸੀਂ ਰਿਪੋਰਟਾਂ ਤੁਹਾਨੂੰ ਦਿਖਾਵਾਂਗੇ। ਜੁੜੇ ਰਹੋ ਦਾ ਮਿਰਰ ਪੰਜਾਬ TV ਦੇ ਨਾਲ। ਮੈਂ ਕਰਮ ਸਿੱਖਾ, ਕੈਮਰਾਮੈਨ ਹਰਪ੍ਰੀਤ ਦੇ ਨਾਲ। ਧੰਨਵਾਦ।